जी का खालसा वाहिगुरू जी की फतेह। गुरु प्यारी साध संगत जी, जिवें कि आप जी ने पावन पवित्र अस्थान गुरुद्वारा श्री भर साहब जी के दर्शन किए हैं, जिथे के बाबा बिधि चंद सीना गुरु का सीना, जिन्होंने गुरु का सीना होने का मान प्राप्त होया ते बहादुरी का खिताब दे के सतगुरां ने आप निवाजना किया उस पावन पवित्र अस्थान के उपर। जदों सानू बचपन तो लैके हुण तक इत्थे विचरदियां इत्थे आउंदियां सतगुरां जो सेवा झोली विच पाई है, असीं देख रहे हैं कि बचपन तो ही वीर जी इत्थे निर्मलजीत सिंह जी कथा अते कीर्तन राही संगतां नूं निहाल करते आ रहे हैं। सो अज आपां इस पावन पवित्र अस्थान बारे उन्हां दे कोलों जे कि इतिहास है आपां थोड़ा समा सरवण करना है। वैसे तो जिहड़ी गुरु की महिमा है, गुरु के सिखड़ियां की महिमा है, वो बहुत अपरंपार है, बहुत घट समय च बयान नहीं की जा सकती, पर जिन्ने को आपां वचन साझे करने ने आपां जिंदगी विच उहनूं अपना लईए, साडे वास्ते यही बहुत है। हाँ जी वीर जी, आप जी इस पावन पवित्र अस्थान बारे सानूं कोई जानकारी दिओ। ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਬਿਧੀ ਚੰਦ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੇ ਮਹਾਨ ਸਿੱਖ ਹੋਏ ਬਾਬਾ ਬਿਧੀ ਚੰਦ ਜੀ, ਜਿਨ੍ਹਾਂ ਨੇ ਕਿ ਇਥੋਂ ਦਸਾਲੇ ਲਿਜਾਣ ਦੀ ਸੇਵਾ ਕੀਤੀ, ਜੋ ਕਿ ਕਸ਼ਮੀਰ ਤੋਂ ਸੰਗਤ ਚੱਲੀ ਸੀ ਭੇਟਾ ਲੈ ਕੇ ਕੀਮਤੀ ਦਸਾਲੇ, ਜੋ ਕਿ ਲੱਖਾਂ ਦੀ ਕੀਮਤੀ ਵਿੱਚ ਦਸਾਲੇ ਜਿਹੜੇ ਕਿ ਸੋਨੇ ਤੇ ਚਾਂਦੀ ਦੀਆਂ ਤਾਰਾਂ ਦੇ ਬਣੇ ਹੋਏ ਸੀ। ਉਹ 3 ਦਸਾਲੇ ਸੀ। ਜਦੋਂ ਕਸ਼ਮੀਰ ਤੋਂ ਸੰਗਤ ਚੱਲੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਆਈ, ਉੱਥੇ ਆਣ ਕੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿੱਥੇ, ਉਹਨਾਂ ਨੂੰ ਅਸੀਂ ਭੇਟਾ ਅਰਪਣ ਕਰਨੀ। ਉਹਨਾਂ ਨੇ ਦੱਸਿਆ ਵੀ ਇਸ ਵੇਲੇ ਗੁਰੂ ਸਾਹਿਬ ਜੀ ਭਾਈ ਕੀ ਡਰੋਲੀ ਹੈ ਆਪਣੇ ਸਾਂਢੂ ਦੇ ਪਾਸ ਸਾਈਂ ਦਾਸ ਜੀ ਦੇ। ਸੰਗਤ ਉਥੋਂ ਦਰਸ਼ਨ ਮੇਲੇ ਕਰਕੇ ਇਸ਼ਨਾਨ ਕਰਕੇ ਚੱਲੀ ਹੈ, ਤਰਨਤਾਰਨ ਸਾਹਿਬ ਇਸ਼ਨਾਨ ਕੀਤੇ ਹੈ। ਰਾਹ ਚ ਆਉਂਦਿਆਂ ਫਿਰ ਬਾਰਿਸ਼ ਹੋ ਗਈ। ਬਾਰਿਸ਼ ਦੇ ਕਾਰਨ ਜਿਹੜੇ ਦੋਨੀ ਬੰਨੀ ਦਸਾਲੇ ਸੀ ਥੱਲੇ ਤੇ ਉੱਪਰ ਉਹ ਗਿੱਲੇ ਹੋ ਗਏ। ਵਿਚਲਾ ਦਸਾਲਾ ਜਿਹੜਾ ਉਹ ਬਿਲਕੁਲ ਸੁੱਕਾ ਰਿਹਾ। ਇਧਰ ਦੀ ਜਦੋਂ ਲੰਘਣ ਲੱਗੇ ਭਾਈ ਕੀ ਡਰੋਲੀ ਨੂੰ ਜਾਣ ਵਾਸਤੇ, ਇੱਥੇ ਬਾਰ-ਬਾਰ ਬਦਾਮੀ ਬਾਦ ਹੁੰਦੇ ਸੀ। ਮਿਰਜ਼ਾ ਬੇਗ ਇੱਥੋਂ ਦਾ ਹਾਕਮ ਸੀ, ਜਿਹਦੇ ਕਿ ਮੀਤ ਸ਼ਿਕਾਰੀ ਘੁੰਮ ਰਹੇ ਸੀ 4 ਸਫੇਰੇ। ਉਧਰੋਂ ਸੰਗਤ ਨੇ ਦੇਖਿਆ ਕਿ ਇੱਥੇ ਧੁੱਪ ਲੱਗ ਗਈ ਹੈ, ਨਾਲੇ ਅਸੀਂ 10 ਮਿੰਟ ਆਰਾਮ ਕਰ ਲਵਾਂਗੇ, ਨਾਲੇ ਜਿਹੜੇ ਦਸਾਲੇ ਗਿੱਲੇ ਹੋਏ ਆ ਉਹਨਾਂ ਨੂੰ ਥੋੜਾ ਜਿਹਾ ਜਿਹੜੀ ਗਿੱਲ ਵਾ ਉਹ ਖਤਮ ਹੋ ਜਾਵੇਗੀ, ਧੁੱਪ ਲੱਗ ਜਾਵੇਗੀ। ਉਹਨਾਂ ਨੇ ਉੱਥੇ ਝਾੜੀਆਂ ਦੇ ਉੱਪਰ ਦਸਾਲੇ ਸੁੱਕਣੇ ਪਾਏ। ਉਹ ਮੀਤ ਸ਼ਿਕਾਰੀਆਂ ਨੇ ਜਦੋਂ ਦਸਾਲੇ ਦੇਖਣਾ ਕੀਤੇ ਕਿ ਏਡੇ ਕੀਮਤੀ ਹੈ, ਤੇ ਉਹਨਾਂ ਨੇ ਆਣ ਕੇ ਜਦੋਂ ਮਿਰਜ਼ਾ ਬੇਗ ਨੂੰ ਦੱਸਿਆ, ਉਹ ਕਹਿਣ ਲੱਗਾ ਜੇ ਤੇ ਦਿੰਦੇ ਆ ਥੋੜੀ ਕੀਮਤ ਤੇ ਠੀਕ ਹੈ, ਨਹੀਂ ਤੇ ਤੁਸੀਂ ਉਦਾਂ ਹੀ ਖੋਹ ਲੈਣਾ ਕਰੋ। ਉਹਨਾਂ ਨੇ ਉਵੇਂ ਕਰਨਾ ਕੀਤਾ ਜੀ। ਉਹ ਦਸਾਲੇ ਜਿਹੜੇ 2 ਹੈ ਉਹ ਖੋਹ ਲੈਣਾ ਕੀਤੇ। ਸੰਗਤ ਉਦਾਸ ਹੋ ਕੇ ਭਾਈ ਕੀ ਡਰੈਲੀ ਜਦੋਂ ਪਹੁੰਚੀ ਹੈ, ਸਤਿਗੁਰੂ ਜੀ ਨੂੰ ਜਾ ਕੇ ਦਰਸ਼ਨ ਕੀਤੇ ਤੇ ਸੰਗਤ ਦੇ ਮਨ ਬੜੇ ਉਦਾਸ। ਸਤਿਗੁਰੂ ਜੀ ਜਾਣੀ ਜਾਣ ਪੁਰਖ, ਉਹਨਾਂ ਨੇ ਜਾਣ ਲਿਆ। ਸੰਗਤ ਨੂੰ ਪੁੱਛਿਆ ਕਿ ਤੁਹਾਡੇ ਮਨ ਉਦਾਸ ਕਿਉਂ? ਸੰਗਤ ਜਦੋਂ ਗੁਰੂ ਜੀ ਦੀ ਹਾਜ਼ਰੀ 'ਚ ਆਉਂਦੀ ਹੈ, ਉਹਨਾਂ ਦੇ ਮਨ ਤੇ ਖਿੜ ਜਾਂਦੇ ਆ ਦਰਸ਼ਨ ਕਰਕੇ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ, ਤੁਹਾਡੇ ਮਨ ਇੰਨੇ ਉਦਾਸ ਕਿਉਂ ਹੈ? ਫਿਰ ਸਿੱਖਾਂ ਨੇ ਦੱਸਿਆ ਸਤਿਗੁਰੂ ਜੀ ਆਪ ਜੀ ਦੀ ਭੇਟਾ ਵਾਸਤੇ ਕੀਮਤੀ ਦਸਾਲੇ ਲੈ ਕੇ ਆਏ ਸੀ, ਜਿਹੜੇ ਕਿ ਸੋਨੇ ਤੇ ਚਾਂਦੀ ਦੀਆਂ ਤਾਰਾਂ ਦੇ ਬਣੇ ਹੋਏ ਐ। ਇਹ ਦਸਾਲੇ ਦੇ ਨਾਲ ਦੇ 2 ਦਸਾਲੇ ਪੱਟੀ ਸਾਡੇ ਤੋਂ ਖੋਏ ਗਏ। ਸਤਿਗੁਰੂ ਜੀ ਕਹਿੰਦੇ ਤੁਸੀਂ ਮਨ ਉਦਾਸ ਨਾ ਕਰੋ, ਉਹ ਗੁਰੂ ਘਰ ਦੀ ਭੇਟਾ, ਜਦੋਂ ਤੁਸੀਂ ਚੱਲੇ ਸੀ ਉਦੋਂ ਭੇਟਾ ਪ੍ਰਵਾਨ ਹੋ ਗਈ ਹੈ, ਫਿਰ ਵੀ ਤੁਹਾਡੇ ਮਨ ਦਾ ਫੁਰਨਾ ਉਹ ਦਸਾਲੇ ਲਿਆਂਦੇ ਜਾਣਗੇ। ਉਦੋਂ ਫਿਰ ਸਤਿਗੁਰੂ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਉਹ ਦਸਾਲਾ ਦੇ ਕੇ। ਬਾਬਾ ਜੀ ਇੱਥੇ ਆਏ ਐ, ਵਪਾਰੀ ਬਣੇ ਐ। ਉਹ ਦਸਾਲਾ ਮੋਢੇ ਤੇ ਰੱਖ ਕੇ ਆਵਾਜ਼ ਦਿੱਤੀ ਹੈ ਦਸਾਲੇ ਦੇਖਣ ਵਾਸਤੇ। ਜਿਸ ਵੇਲੇ ਮਿਰਜ਼ਾ ਬੇਗ ਦੇ ਘਰ ਕੋਲ ਗਏ ਹੈ, ਜੋ ਗੁਰਦੁਆਰਾ ਚਬਾਰਾ ਸਾਹਿਬ ਹੈ, ਉੱਥੇ ਜਾ ਕੇ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਦਿਖਾ ਭਾਈ ਕਿਹੋ ਜਿਹੇ ਦਸਾਲੇ ਹੈ। ਬਾਬਾ ਜੀ ਨੇ ਦਸਾਲਾ ਦਿਖਾਇਆ। ਉਹ ਕਹਿੰਦੇ ਸਾਡੇ ਕੋਲ ਵੀ ਦਸਾਲੇ ਹੈ। ਬਾਬਾ ਜੀ ਕਹਿੰਦੇ ਲਿਆਓ ਦਿਖਾਓ, ਤੁਸੀਂ ਵੀ ਦਿਖਾਓ। ਉਹਨਾਂ ਨੇ ਦਸਾਲੇ ਲਿਆਂਦੇ। ਬਾਬਾ ਜੀ ਨੇ ਉਹ ਤਾਰ ਦੇ ਨਾਲ ਤਾੜ ਮਿਲਾ ਕੇ ਦੇਖਣਾ ਕੀਤੇ ਕਿ ਇਹ ਉਹੀ ਦਸਾਲੇ ਜਿਹੜੇ ਸੰਗਤ ਦੇ ਕੋਲੋਂ ਖੋਏ ਗਏ। ਬਾਬਾ ਜੀ ਨੇ ਉਹ ਕੀਮਤ ਵੱਧ ਘੱਟ ਦੱਸੀ ਕਿ ਸੌਦਾ ਕਿਉਂਕਿ ਖਰੀਦਣੇ ਨਹੀਂ ਸੀ, ਉਹ ਲਿਜਾਣੇ ਸੀ। ਤੇ ਬਾਬਾ ਜੀ ਆ ਗਏ। ਫਿਰ ਜਾ ਕੇ ਬਾਜ਼ਾਰ ਦੇ ਵਿੱਚ ਉਹਨਾਂ ਨੇ ਇੱਕ ਬੇਗਮ ਦਾ ਰੂਪ ਧਾਰਨਾ ਕੀਤਾ, ਬੁਰਕਾ ਪਾ ਕੇ ਰਵਾਂ ਰਵੀ ਫਿਰ ਬਾਬਾ ਜੀ ਗਏ ਆ। ਉਹ ਮਿਰਜ਼ਾ ਬੇਗ ਦੇ ਘਰ ਦੇ ਅੱਗੇ ਉਹ ਤਾਸ਼ ਖੇਡ ਰਹੇ ਸੀ ਮੁਸਲਮਾਨ। ਬਾਬਾ ਜੀ ਗਏ ਰਵਾਂ ਰਵੀ ਉੱਪਰ ਚਬਾਰੇ ਦੇ ਵਿੱਚ ਗਏ, ਉੱਥੇ ਬੇਗਮਾਂ ਬੈਠੀਆਂ ਸੀ। ਬਾਬਾ ਜੀ ਨੇ ਦੇਖ ਲਿਆ ਸੀ ਕਿ ਚਬਾਰੇ ਦੇ ਵਿੱਚੋਂ ਦਸਾਲੇ ਲੈ ਆਏ। ਜਾ ਕੇ ਬਾਬਾ ਜੀ ਅੰਦਰ, ਬੇਗਮਾਂ ਨੇ ਵੀ ਦੇਖਿਆ ਕਿ ਕੋਈ ਸਾਡੀ ਆਪਣੀ ਹੋਵੇਗੀ ਜਿਹੜੀ ਰਵਾਂ ਰਵੀ ਆ ਗਈ। ਜਾ ਕੇ ਬੂਹਾ ਮਾਰਿਆ ਤੇ ਜਦੋਂ ਤਲਵਾਰ ਥੱਲਿਓਂ ਕੱਢੀ, ਕਿਉਂਕਿ ਸਿੱਖ ਵੈਸੇ ਇਸਤਰੀ ਤੇ ਵਾਰ ਨਹੀਂ ਕਰਦਾ, ਪਰ ਗੁਰੂ ਕੀ ਸੇਵਾ ਵਾਸਤੇ ਉਹ ਦਸਾਲੇ ਉਹਨਾਂ ਨੂੰ ਭੈ ਦੇਣਾ ਸੀ। ਇਹ ਕਰਕੇ ਉਹ ਤਲਵਾਰ ਕੱਢੀ ਬਾਬਾ ਜੀ ਨੇ ਤੇ ਕਿਹਾ ਕਿ ਇਹ ਦਸਾਲੇ ਜਿਹੜੇ ਉਹ ਗੁਰੂ ਸਾਹਿਬ ਜੀ ਦੇ ਉਹ ਦੇ ਦਿਓ। ਉਹਨਾਂ ਤੋਂ ਦਸਾਲੇ ਲੈ ਜਾਣ ਲੱਗਿਆ। ਬਾਬਾ ਜੀ ਦੇ ਮਨ 'ਚ ਆਇਆ
ਇਹਨਾਂ ਨੇ ਸਾਡੇ ਰਸਾਲੇ ਖੋਏ ਆ, ਅਸੀਂ ਵੀ ਕੋਈ ਨਾ ਕੋਈ ਇਹਨਾਂ ਤੋਂ ਖੋ ਕੇ ਲਿਜਾਈਏ ਕੋਈ ਨਾ ਕੋਈ ਚੀਜ਼, ਫੇਰ ਹੀ ਸਾਡਾ ਮਨ ਜਿਹੜਾ ਖੁਸ਼ ਹੁੰਦਾ। ਉਹਨਾਂ ਦੇ ਗਹਿਣੇ ਜਿਹੜੇ ਉਹ ਬਾਬਾ ਜੀ ਨੇ ਨਾਲ ਲੈ ਲੈਣਾ ਕੀਤੇ। ਜਦੋਂ ਪਿੱਛੋਂ ਰੌਲਾ ਪੈ ਗਿਆ ਕਿ ਚੋਰ ਦਸਾਲੇ ਲੈ ਗਿਆ, ਚੋਰ ਗਹਿਣੇ ਲੈ ਗਿਆ, ਬਾਬਾ ਜੀ ਇੱਥੇ ਆਏ। ਜੋ ਇੱਥੇ ਪੁਰਾਣਾ ਗੇਟ ਹੁੰਦਾ ਸੀ ਹੁਣ ਤੇ ਢਾਹ ਦਿੱਤਾ ਹੈ, ਉਹ ਗੇਟ ਬੰਦ ਹੋ ਗਏ। ਬਾਬਾ ਜੀ ਇੱਥੇ ਪਠਿਆਰੇ ਦੇ ਕੋਲ ਆਏ, ਜੋ ਕਿ ਪਠਿਆਰਾ ਇੱਥੇ ਦਾਣੇ ਭੁੰਨ ਰਿਹਾ ਸੀ। ਉਹਨੂੰ ਬਾਬਾ ਜੀ ਕਹਿੰਦੇ ਮੈਨੂੰ ਰੁਕਣ ਵਾਸਤੇ ਥਾਂ ਚਾਹੀਦੀ। ਉਹ ਕਹਿੰਦਾ ਜੀ ਮੈਂ ਤੇ ਇੱਥੇ ਗੁਜ਼ਾਰਾ ਕਰਦਾ, ਘਰ ਮੇਰਾ ਦੂਰ ਹੈ। ਬਾਬਾ ਜੀ ਕਹਿੰਦੇ ਫਿਰ ਏਦਾਂ ਕਰ, ਕਿਉਂਕਿ ਉਹ ਵੱਡੇ ਭੱਠ ਹੁੰਦੇ ਸੀ ਪਹਿਲੇ ਜਿੱਥੇ ਦਾਣੇ ਵੇਚੇ ਜਾਇਆ ਕਰਦੇ ਸੀ। ਆਮ ਤੌਰ ਤੇ ਹੁੰਦਾ ਕਿ ਬਾਬਾ ਜੀ ਉਹ ਭੱਠੀ ਦੇ ਵਿੱਚ ਕਿਵੇਂ ਬਹਿ ਗਏ, ਉਹ ਵੱਡੇ ਭੱਠ। ਕਿਉਂਕਿ ਅਸੀਂ ਇਤਿਹਾਸ ਚੰਗੀ ਤਰ੍ਹਾਂ ਦੇਖਿਆ, ਜਿਹੜੇ ਅਮੋਲਕ ਸਿੰਘ ਜੀ ਤਸਵੀਰਾਂ ਬਣਾਉਂਦੇ ਹੁੰਦੇ ਸੀ, ਉਹਨਾਂ ਤੋਂ ਤਸਵੀਰ ਬਣਾਈ ਸੀ, ਉਹਨਾਂ ਦੇ ਮਨ 'ਚ ਵੀ ਸੀ ਕਿ ਬਾਬਾ ਜੀ ਵਿੱਚ ਕਿਵੇਂ ਬੈਠ ਗਏ। ਫਿਰ ਉਹ ਜਦੋਂ ਇਤਿਹਾਸ ਦੇਖਿਆ ਪੁਰਾਤਨ, ਫਿਰ ਪਤਾ ਲੱਗਾ ਕਿ ਇਹ ਵੱਡਾ ਭੱਠ ਸੀ ਜਿੱਥੇ ਸਾਰੇ ਸ਼ਹਿਰ ਦੇ ਦਾਣੇ ਭੁਜਿਆ ਕਰਦੇ ਸੀ। ਉਹ ਬਾਬਾ ਜੀ ਕਹਿੰਦੇ ਫਿਰ ਕੜਾਈ ਚੁੱਕ। ਉਹਨੇ ਕੜਾਈ ਚੁੱਕੀ, ਬਾਬਾ ਜੀ ਵਿੱਚ ਬੈਠ ਗਏ। ਉਹ ਕਹਿੰਦਾ ਜੀ ਜੇ ਤੁਹਾਡਾ ਕੋਈ ਨੁਕਸਾਨ ਹੋ ਗਿਆ, ਬਾਬਾ ਜੀ ਕਹਿੰਦੇ ਸਿਰ ਉੱਪਰ ਠੰਡਾ ਗੁਰਸੂਰਾ, ਮੇਰਾ ਗੁਰੂ ਸਮਰੱਥ ਹੈ, ਤੂੰ ਰਮਾਨ ਨਾਲ ਆਪਣਾ ਕੰਮ ਜਾਰੀ ਰੱਖੀ, ਤੇ ਤੂੰ ਕੰਮ ਨਾ ਮੈਨੂੰ ਆਪਣਾ ਕੰਮ ਕਰਨ ਦੇ, ਤੂੰ ਆਪਣਾ ਕੰਮ ਕਰ। ਉਹ ਉਵੇਂ ਹੀ ਅੱਗ ਝੋਕੀ ਗਿਆ। ਬਾਬਾ ਜੀ ਗੁਰਬਾਣੀ ਪੜ੍ਹਦੇ ਰਹੇ, ਸ਼ਬਦਾਂ ਦਾ ਜਾਪ ਕਰਦੇ ਰਹੇ। ਬਾਬਾ ਜੀ ਨੂੰ ਸੋ ਸੇਕ ਨਹੀਂ ਲੱਗਾ, ਦਸਾਲਿਆਂ ਨੂੰ ਸੇਕ ਨਹੀਂ ਲੱਗਿਆ। ਗੁਰੂ ਜੀ ਬਾਣੀ 'ਚ ਕਹਿੰਦੇ ਪਰਾਈ ਇਮਾਨਤ ਕਿਉਂ ਰੱਖੀਏ, ਦਿੱਤੀ ਹੀ ਸੁਖ ਹੋਏ। ਉਹ ਪਰਾਈ ਇਮਾਨਤ ਹੋਣ ਦੇ ਕਾਰਨ ਸਤਿਗੁਰੂ ਜੀ ਨੇ ਉਹਨਾਂ ਗਹਿਣਿਆਂ ਦੀ ਰਾਖੀ ਨਹੀਂ ਕੀਤੀ। ਉਹ ਪਿੰਗਲ ਗਏ, ਉੱਥੇ ਰਹਿ ਗਏ। ਬਾਬਾ ਜੀ ਸ਼ਾਮ ਦਾ ਵੇਲਾ ਹੋਇਆ, ਨਿਕਲੇ। ਉਹਨੂੰ ਕਹਿਣ ਲੱਗੇ ਕਿ ਮੈਂ ਬਾਹਰ ਨੂੰ ਜਾਣਾ, ਮੈਨੂੰ ਕੋਈ ਆਪਣੀ ਬੁਰੜੀ ਦਾ ਬੇਗਮ ਦਾ ਜਿਹੜਾ ਭੇਸ ਮੈਂ ਧਾਰਨ ਕੀਤਾ ਸੀ ਉਵੇਂ ਦਾ ਹੀ ਮੈਨੂੰ ਕੋਈ ਲਿਬਾਸ ਲਿਆਣ ਕੇ ਦੇ। ਉਹਨੇ ਪੁਰਾਣਾ ਲਿਆਣ ਕੇ ਆਪਣੀ ਮਾਤਾ ਦਾ ਸੋ ਬੁਰਕਾ ਦਿੱਤਾ। ਬਾਬਾ ਜੀ ਬੁਰਕਾ ਪਾ ਕੇ ਹੀ ਉਵੇਂ ਰਵਾਨਾ ਹੋਏ। ਤੇ ਬਾਹਰ ਜਿੱਥੇ ਸਿਪਾਹੀ ਖੜੇ ਸੀ ਉਹਨਾਂ ਨੂੰ ਕਹਿਣ ਲੱਗੇ ਕਿ ਮੈਂ ਵੀਰ ਬਿਮਾਰ ਹੈ, ਥੋੜਾ ਜਿਹਾ ਬਾਹਰ ਜਾਣਾ ਹੈ। ਉਹਨਾਂ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ। ਕਹਿਣ ਲੱਗੇ ਕਿ ਮੈਨੂੰ ਹਾਜਤ ਹੋਈ ਹੈ, ਮੈਂ ਘਰ ਦੇ ਵਿੱਚੋਂ ਬਾਹਰ ਜਾਣਾ ਜ਼ਰੂਰੀ ਮੈਨੂੰ। ਉਹਨਾਂ ਨੇ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਮਨ 'ਚ ਜੋ ਵਸਿਆ, ਤੇ ਬਾਬਾ ਜੀ ਜਦੋਂ ਥੋੜਾ ਜਿਹਾ ਅੱਗੇ ਗਏ, ਉੱਥੇ ਜਾ ਕੇ ਲਲਕਾਰਾ ਮਾਰਿਆ ਕਿ ਗੁਰੂ ਸਾਹਿਬ ਜੀ ਦੀ ਤੁਸੀਂ ਇਹ ਭੇਟਾ ਖੋਈ ਸੀ, ਅਸੀਂ ਲਿਜਾ ਰਹੇ ਹਾਂ, ਭਾਈ ਕੀ ਡਰੋਲੀ ਮੈਂ ਚੱਲਿਆ, ਜੇ ਤੁਹਾਡੇ 'ਚ ਹਿੰਮਤ ਹੋਵੇ ਤੇ ਲੈ ਲੈਣਾ ਕਰਿਓ। ਉਹ ਜਿਹੜੇ ਗਹਿਣੇ ਸੀ ਉਹ ਪਿੰਗਲ ਕੇ ਇੱਥੇ ਰਹਿ ਗਏ। ਬਾਬਾ ਜੀ ਉਹ ਪਠਿਆਰੇ ਨੂੰ ਕਹਿਣ ਲੱਗੇ ਕਿ ਭਾਈ ਇੱਥੇ ਤੈਨੂੰ ਬਹੁਤ ਕੀਮਤੀ ਸਮਾਨ ਮਿਲੇਗਾ ਤੇ ਤੂੰ ਆਪਣਾ ਕੱਢ ਲੈਣਾ ਕਰੀ। ਉਹ ਸੁਬਾਹ ਆਇਆ, ਉਹਨੇ ਸਵਾਸ ਆਨਣਾ ਕੀਤੀ। ਉਹਨੂੰ ਜਦੋਂ ਬੇਅੰਤ ਉਥੋਂ ਮਾਲ ਮਿਲ ਗਿਆ, ਉਹਨੇ ਦੇਖਿਆ ਕਿ ਏਡਾ ਸਿੱਖ ਸਿਦਕੀ ਜਿਹੜਾ ਅੱਗ ਦੇ ਵਿੱਚ ਬੈਠ ਗਿਆ ਤੇ ਫਿਰ ਅੱਗ ਦੇ ਵਿੱਚੋਂ ਜਿੰਦਾ ਨਿਕਲ ਕੇ ਚਲੇ ਗਿਆ, ਤੇ ਮੈਨੂੰ ਵੀ ਚਾਹੀਦਾ ਕਿ ਉਹਦੇ ਨਾਮ ਦੇ ਉੱਪਰ ਕੁਝ ਨਾ ਕੁਝ ਕਰਨਾ ਚਾਹੀਦਾ। ਉਹਨੇ ਉਹ ਜਿਹੜਾ ਭੱਠ ਉਦੋਂ ਤੋਂ ਬੰਦ ਕਰ ਦਿੱਤਾ। ਜਦੋਂ ਬਾਬਾ ਦਇਆ ਸਿੰਘ ਜੀ ਨੇ ਸੇਵਾ ਕਰਾਈ ਹੈ, ਭੱਠ ਨਿਕਲਿਆ, ਇੱਕ ਉੱਤੇ ਪੱਥਰ ਦਿੱਤਾ ਸੀ, ਇੱਕ ਮੂੰਹ ਦੇ ਅੱਗੇ ਵੱਡਾ ਪੱਥਰ ਦਿੱਤਾ ਸੀ। ਉਹਦਾ ਕਰਕੇ ਭੱਠ ਜਿਹੜਾ ਉਹ ਉਵੇਂ ਦਾ ਉਵੇਂ ਹੀ ਰਿਹਾ। ਉਹਨੇ ਸੇਵਾ ਕਰਾਈ, ਉਹ ਨਿਕਲਿਆ। ਉਹ ਫਿਰ ਜਿਹੜਾ ਗਹਿਣਾ ਸੀ ਉਹਨੇ ਲੈ ਲਿਆ ਤੇ ਬਾਬਾ ਜੀ ਦੇ ਨਾਮ ਤੇ ਇੱਕ ਖੂਹੀ ਲਵਾਉਣਾ ਕੀਤੀ, ਜੋ ਪਰਲੇ ਬੰਨੇ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ। ਉਹ ਬਾਬਾ ਜੀ ਸੋ ਉਹ ਪਠਿਆਰੇ ਨੇ ਲਵਾਉਣਾ ਕੀਤੀ ਬਾਬਾ ਜੀ ਦੇ ਨਾਮ ਤੇ। ਵਿਧੀਏ ਵਾਲੀ ਖੂਹੀ ਵਜਿਆ ਕਰਦੀ ਸੀ। ਬਾਬਾ ਜੀ ਬਾਬਾ ਸੋਹਣ ਸਿੰਘ ਜੀ ਜੋ ਕਿ ਬਾਬਾ ਜੀ ਦੇ 10ਵੇਂ ਜਾਣ ਸਰੂਪ ਹੋਏ ਆ ਬਾਬਾ ਵਿਧੀ ਚੰਦ ਜੀ ਦੀ ਬੰਸ ਦੇ ਵਿੱਚੋਂ, ਉਹਨਾਂ ਨੂੰ ਜਦੋਂ ਸਿੰਘਾਂ ਨੇ ਪੁੱਛਿਆ ਕਰਨਾ ਕਿ ਬਾਬਾ ਜੀ ਤੁਹਾਡੀ ਲੱਤ ਦਾ ਜ਼ਖਮ ਰਾਜੀ ਕਿਉਂ ਨਹੀਂ ਹੋ ਰਿਹਾ, ਉਹ ਦੱਸਿਆ ਨਹੀਂ ਸੀ ਕਰਦੇ। ਕੋਈ ਗੁਰਮੁਖ ਖਹਿੜੇ ਪੈ ਗਿਆ ਕਿ ਬਾਬਾ ਜੀ ਇਹ ਦੱਸਣਾ ਕਰੋ, ਤੁਹਾਡੇ ਜ਼ਖਮ ਕਿਉਂ ਨਹੀਂ ਰਾਜੀ ਹੁੰਦਾ, ਕਿ ਇੰਨੀਆਂ ਦਵਾਈਆਂ ਲਾਈਆਂ ਕਿਉਂ ਨਹੀਂ ਰਾਜੀ ਹੋ ਰਿਹਾ। ਉਹ ਕਹਿੰਦੇ ਫਿਰ ਦੱਸਿਓ ਨਾ। ਉਹ ਸਿੰਘ ਕਹਿਣ ਲੱਗਾ ਜੀ ਦੱਸਣ ਤੋਂ ਬਿਨਾਂ ਵੀ ਨਹੀਂ ਮੈਂ ਰਹਿ ਸਕਦਾ, ਇਹ ਵੀ ਮੈਨੂੰ ਆਪ ਜੀ ਨਾਲ ਕਹਿਣਾ ਕਰੋ। ਉਹ ਧੁੰਨਾ ਦਾ ਸਿੰਘ ਸੀ। ਉਹ ਜਿਸ ਵੇਲੇ ਬਾਬਾ ਜੀ ਕਹਿੰਦੇ ਕਿ ਜਦੋਂ ਅਸੀਂ ਬਾਬਾ ਵਿਧੀ ਚੰਦ ਜੀ ਦੇ ਰੂਪ ਦੇ ਵਿੱਚ ਇੱਥੇ ਬੈਠੇ ਸੀ, ਉਹ ਜਿਹੜੇ ਗਹਿਣਾ ਉਹ ਪਿੰਗਲ ਗਿਆ, ਉਹ ਸਾਡੀ ਲੱਤ ਤੇ ਪੈ ਗਿਆ। ਇਹ ਸਾਡੀ ਬਾਬਾ ਵਿਧੀ ਚੰਦ ਜੀ ਦੇ ਰੂਪ ਦੀ ਨਿਸ਼ਾਨੀ ਹੈ, ਇਸ ਕਰਕੇ ਐਵੇਂ ਹੀ ਨਾਲ ਜਾਵੇਗੀ, ਇਹਨੇ ਠੀਕ ਨਹੀਂ ਹੋਣਾ। ਮਹਾਂਪੁਰਖ ਬਾਬਾ ਸੋਹਣ ਸਿੰਘ ਜੀ ਬਾਬਾ ਵਿਧੀ ਚੰਦ ਜੀ ਦੇ ਸੋ 10ਵੇਂ ਸਰੂਪ ਸਨ, ਤੇ ਜੋ ਸਤਿਗੁਰੂ ਜੀ ਨੇ ਬਾਬਾ ਜੀ ਨੂੰ ਵਰ ਦੇਣਾ ਕੀਤੇ ਸੀ ਕਿ ਵਿਧੀ ਚੰਦ ਰਹਿਣ ਸੋ ਸਾਡੇ ਸਿਰ ਦੇ ਉੱਪਰ ਤੁਸੀਂ ਕਰਜ਼ਾ ਚੜਾ ਦੇਣਾ ਕੀਤਾ ਹੈ। ਤੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਬਾਬਾ ਵਿਧੀ ਚੰਦ ਜੀ ਰਹਿਣ, ਸਤਿਗੁਰੂ ਜੀ ਸਿੱਖ ਜਿਹੜੇ ਆ ਉਹ ਗੁਰੂ ਦੇ ਉੱਪਰ ਨਹੀਂ ਕਰਜ਼ਾ ਚੜਾ ਸਕਦੇ, ਸਤਿਗੁਰੂ ਜੀ ਕਿਰਪਾ ਕਰੋ ਤੁਹਾਡੇ ਨਾਲ ਇਹ ਸਾਡੀ ਬਣ ਆਵੇ। ਤੇ ਉਦੋਂ ਵਰ ਦੇਣਾ ਕੀਤੇ ਵਿਧੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ, ਸੋ ਸਦਾ ਸਾਂਝ ਤੇਰੀ ਪਛਤੈਨੀ, ਨਿਭੈ ਗੁਰ ਝਾਰ ਸੰਗ ਸਖੈਨੀ। ਬਾਬਾ ਜੀ ਨੇ ਬੇਨਤੀ ਕੀਤੀ ਜੀ ਕਲਯੁਗ ਦਾ ਸਮਾਂ ਹੈ, ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਰਲ ਮਿਲ ਕੇ ਆਪਾਂ ਸੰਭਾਲ ਲੈਣਾ ਕਰਾਂਗੇ। ਸੋ ਗੁਰਮੁਖਾਂ ਤੋਂ ਸੁਣਿਆ ਹੈ
ਜਿਵੇਂ ਕਿ ਕਲਯੁਗ ਦਾ ਸਮਾਂ ਹੈ, ਚਲੋ ਬਚਨ ਨਹੀਂ ਮਹਾਂਪੁਰਖ ਕਰਿਆ ਕਰਦੇ, ਗੁਰਮੁਖ ਨਹੀਂ, ਉਹ ਮੰਨਿਆ ਕਰਦੇ ਸੀ ਗੁਰਮੁਖ ਜਿਹੜੇ ਸੇਵਾ ਕਰਿਆ ਕਰਦੇ ਸੀ ਕਿ ਬਾਬਾ ਬਿਧੀ ਚੰਦ ਜੀ ਦਾ ਸਰੂਪ ਆਏ, ਬਾਬਾ ਸੋਹਣ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਰੂਪ ਆਏ ਬਾਬਾ ਦਇਆ ਸਿੰਘ ਜੀ, ਕਿਉਂਕਿ ਬਾਬਾ ਦਇਆ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਵਿਚਰਨਾ ਕੀਤਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਿਆ ਦੇਣਾ ਕੀਤੀ, ਉਹੀ ਸਿੱਖਿਆ ਬਾਬਾ ਦਇਆ ਸਿੰਘ ਜੀ ਨੇ ਸੰਗਤਾਂ ਨੂੰ, ਸਿੱਖਾਂ ਨੂੰ ਦੇਣਾ ਕੀਤੀ ਹੈ। ਇਹ ਅਸਥਾਨ ਬਾਬਾ ਦਇਆ ਸਿੰਘ ਜੀ ਨੇ ਪ੍ਰਗਟ ਕੀਤਾ, ਜੋ ਕਿ ਸੇਵਾ ਚੱਲ ਰਹੀ ਹੈ। ਸੋ ਜਿਹਦੇ ਆਪ ਜੀ ਨੇ ਦਰਸ਼ਨ ਕੀਤੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।